ਕਿਰਪਾ ਪ੍ਰਭ ਦੀ। ਅੰਮ੍ਰਿਤ ਗਤ ਪਾਈਐ ਤਹ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀਤ। ਸਾਨੂੰ ਗੁਰੂ ਜੀ ਕੀ ਸਮਝਾ ਰਹੇ ਹੈ? ਅੱਜ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ ਹੈ, ਜਹ ਸਿਮਰਤ ਗਤ ਪਾਈਐ ਤਹ ਭਜ ਰੇ ਤੈ ਮੀਤ। ਗੁਰੂ ਜੀ ਕਹਿੰਦੇ, ਐ ਮੇਰੇ ਮਿੱਤਰ, ਤੂੰ ਉਸ ਪਰਮਾਤਮਾ ਦਾ ਸਿਮਰਨ ਕਰ ਜਿਸ ਦਾ ਸਿਮਰਨ ਕੀਤਿਆਂ ਮੁਕਤੀ ਮਿਲਦੀ ਹੈ। ਜੈ ਸਿਮਰਤ ਗਤ ਪਾਈ ਹੈ, ਜਿਸ ਦਾ ਸਿਮਰਨ ਕੀਤਿਆਂ ਤੇਰੀ ਗਤੀ ਹੋ ਜੂਗੀ, ਜਿਸ ਦਾ ਸਿਮਰਨ ਕੀਤਿਆਂ ਤੇਰਾ ਜਨਮ ਮਰਨ ਕੱਟਿਆ ਜਾਊਗਾ। ਤੂੰ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਭਾਈ। ਐ ਮੇਰੇ ਮਿੱਤਰ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਕਿੰਨੇ ਪਿਆਰ ਨਾਲ ਸਮਝਾ ਰਹੇ ਹੈ। ਐ ਮੇਰੇ ਮਿੱਤਰ, ਤੂੰ ਉਸ ਪਰਮਾਤਮਾ ਦਾ ਸਿਮਰਨ ਕਰ ਜਿਸ ਦਾ ਸਿਮਰਨ ਕੀਤਿਆਂ ਮੁਕਤੀ ਮਿਲਦੀ ਹੈ। ਦਿਨ ਰਾਤ ਕਰਕੇ ਤੇਰੀ ਉਮਰ ਘਟ ਰਹੀ ਹੈ ਭਾਈ। ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਗੁਰੂ ਜੀ ਕਹਿੰਦੇ, ਐ ਮੇਰੇ ਮਨ, ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਹੈ। ਤੂੰ ਉਸ ਪ੍ਰਭੂ ਪਰਮਾਤਮਾ ਦਾ ਚਿੰਤਨ ਕਰ, ਤੂੰ ਉਸ ਨੂੰ ਯਾਦ ਕਰ, ਤੂੰ ਉਸ ਦਾ ਸਿਮਰਨ ਕਰ, ਕਿਉਂਕਿ ਹੌਲੀ ਹੌਲੀ ਕਰਕੇ ਤੇਰੀ ਉਮਰ ਬੀਤਦੀ ਜਾਂਦੀ ਹੈ। ਪਤਾ ਨਹੀਂ ਤੇਰਾ ਕਦੋਂ ਲਾਸਟ ਸਵਾਸ ਹੋਵੇ। ਤੂੰ ਇਹਨਾਂ ਸਵਾਸਾਂ ਦੇ ਰਹਿੰਦਿਆਂ ਤੂੰ ਆਪਣੇ ਮਨੁੱਖਾ ਜਨਮ ਦਾ ਲਾਹਾ ਲੈ। ਤੂੰ ਉਸ ਪ੍ਰਭੂ ਪਰਮਾਤਮਾ ਦੇ ਸਿਮਰਨ ਦਾ ਧਨ ਇਕੱਠਾ ਕਰ, ਤੂੰ ਉਸ ਵਾਹਿਗੁਰੂ ਨੂੰ ਯਾਦ ਕਰ। ਹਮ ਆਦਮੀ ਹੈ ਏਕ ਦਮੀ। ਕੋਈ ਪਤਾ ਨਹੀਂ ਤੇਰਾ ਕਿਹੜਾ ਲਾਸਟ ਸਵਾਸ ਹੋਵੇ। ਤੂੰ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰ ਕਰ, ਉਸ ਦੀਆਂ ਯਾਦਾਂ ਦੇ ਵਿੱਚ ਲੱਗ, ਉਸ ਦੀਆਂ ਉਸਤਤਾਂ ਕਰ। ਹਮ ਆਦਮੀ ਹੈ ਏਕ ਦਮੀ। ਗੁਰੂ ਜੀ ਸਾਨੂੰ ਯਾਦ ਕਰਾਉਂਦੇ ਆ ਭਾਈ, ਸਾਡੇ ਆਪਣੇ ਹੱਥ ਵਿੱਚ ਕੁਛ ਨਹੀਂ। ਅਸੀਂ ਕੋਈ ਆਪਦੀ ਮਰਜ਼ੀ ਨਾਲ ਨਹੀਂ ਜੀ ਸਕਦੇ। ਇਹ ਸਾਰਾ ਕੁਛ ਉਹ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ। ਤੇਰੇ ਸਵਾਸਾਂ ਦੀ ਡੋਰ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ। ਤੂੰ ਹਰ ਇੱਕ ਸਵਾਸ ਨਾਲ ਉਹਦੀ ਯਾਦ ਆਪਣੇ ਹਿਰਦੇ ਵਿੱਚ ਬਣਾ। ਜਿਸ ਤਰ੍ਹਾਂ ਇੱਕ ਪਾਣੀ ਦਾ ਘੜਾ ਅਸੀਂ ਭਰ ਕੇ ਰੱਖ ਦਈਏ, ਪਰ ਉਹ ਘੜਾ ਸਿਮਦਾ ਹੋਵੇ। ਜਿੰਨਾ ਵੱਡਾ ਮਰਜ਼ੀ ਘੜਾ ਹੋਵੇ, ਜਿੰਨਾ ਮਰਜ਼ੀ ਉਹਨੂੰ ਅਸੀਂ ਪੂਰਾ ਉੱਤੋਂ ਤੱਕ ਭਰਿਆ ਹੋਵੇ, ਉਹ ਸਿਮਣ ਵਾਲੇ ਘੜੇ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਘੜੇ 'ਚੋਂ ਪਾਣੀ ਡੁੱਲ ਰਿਹਾ, ਕਿਉਂਕਿ ਬਹੁਤ ਸਲੋ ਵਿੱਚੋਂ ਪਾਣੀ ਨਿਕਲਦਾ। ਹੌਲੀ ਹੌਲੀ ਪਾਣੀ ਨਿਕਲ ਰਿਹਾ, ਤਿਪ ਤਿਪ ਕਰਕੇ ਸਿਮ ਰਿਹਾ। ਤੇ ਪਰ ਇੱਕ ਦਿਨ ਉਹ ਘੜਾ ਖਾਲੀ ਜ਼ਰੂਰ ਹੋ ਜਾਂਦਾ, ਜਿਹੜਾ ਸਿਮਦਾ ਘੜਾ। ਜਿੰਨਾ ਮਰਜ਼ੀ ਅਸੀਂ ਉਹਨੂੰ ਉੱਪਰ ਤੱਕ ਭਰਿਆ ਹੋਵੇ, ਜਿੰਨਾ ਮਰਜ਼ੀ ਵੱਡਾ ਘੜਾ ਹੋਵੇ, ਉਹਦੇ 'ਚੋਂ ਹੌਲੀ ਹੌਲੀ ਪਾਣੀ ਜੇ ਸਿਮ ਰਿਹਾ ਨਾ, ਇੱਕ ਦਿਨ ਉਸ ਘੜੇ ਨੇ ਖਾਲੀ ਜ਼ਰੂਰ ਹੋਣਾ। ਇਹ ਘੜੇ ਦੀ ਤਰ੍ਹਾਂ ਹੀ ਸਾਡਾ ਸਰੀਰ ਹੈ। ਗੁਰੂ ਜੀ ਕਹਿੰਦੇ, ਇਹ ਸਾਡਾ ਜਿਹੜਾ ਸਰੀਰ ਹੈ, ਇਹ ਵੀ ਇੱਕ ਸਮਝੋ ਘੜਾ ਹੈ, ਤੇ ਇਹਦੇ ਵਿੱਚ ਪ੍ਰਭੂ ਪਰਮਾਤਮਾ ਨੇ ਸਵਾਸ ਪਾਏ ਹੋਏ ਹੈ। ਪਰ ਸਾਨੂੰ ਨਹੀਂ ਪਤਾ ਇਸ ਵਿੱਚ ਕਿੰਨੇ ਸਵਾਸ ਹੈ। ਹਰ ਇੱਕ ਘਟ ਅੰਦਰ ਕਿਸੇ ਦੇ ਸਰੀਰ ਵਿੱਚ ਵੱਧ ਸਵਾਸ ਪਾ ਕੇ ਉਹਨੇ ਇੱਥੇ ਭੇਜਿਆ ਸੰਸਾਰ 'ਤੇ, ਕਿਸੇ ਦੇ ਸਰੀਰ ਵਿੱਚ ਘੱਟ ਸਵਾਸ ਪਾਏ ਹੈ। ਪਰ ਇਹ ਸਿਮਦੇ ਹੋਏ ਘੜੇ ਦੇ ਵਾਂਗ ਹੌਲੀ ਹੌਲੀ ਸਵਾਸ ਸਾਡੇ ਚੱਲ ਰਹੇ ਹੈ, ਪਰ ਸਾਨੂੰ ਮਹਿਸੂਸ ਨਹੀਂ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ। ਪਰ ਗੁਰੂ ਦੀ ਬਾਣੀ ਸਾਨੂੰ ਯਾਦ ਕਰਾਉਂਦੀ ਹੈ, ਐ ਮਨੁੱਖ, ਜਿਵੇਂ ਇੱਕ ਤਿੜਕੇ ਹੋਏ ਘੜੇ ਦਾ ਪਾਣੀ ਸਿਮ ਸਿਮ ਕੇ ਖਤਮ ਹੋ ਰਿਹਾ ਹੈ ਨਾ, ਇੱਕ ਦਿਨ ਘੜਾ ਖਾਲੀ ਹੁੰਦਾ। ਐ ਮਨੁੱਖ, ਤੇਰੇ ਵੀ ਸਵਾਸ ਉਸ ਘੜੇ ਦੀ ਤਰ੍ਹਾਂ ਹੈ।
ਜਿਵੇਂ ਇੱਕ ਸਿਮਦੇ ਹੋਏ ਘੜੇ 'ਚੋਂ ਪਾਣੀ ਘਟ ਰਿਹਾ ਹੈ, ਇਸੇ ਤਰ੍ਹਾਂ ਤੇਰੇ ਸਰੀਰ ਦੇ ਸਵਾਸ ਵੀ ਦਿਨ ਦਿਨ ਘਟ ਰਹੇ ਹੈ। ਤੂੰ ਵੀ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ। ਇਹਨਾਂ ਸਵਾਸਾਂ ਦੇ ਰਹਿੰਦਿਆਂ ਤੂੰ ਉਹਦੇ ਨਾਲ ਜੁੜ, ਤੂੰ ਉਹਦੀ ਵਾਹ ਕਰ, ਤੂੰ ਉਹਦੀ ਉਸਤਤ ਗਾ, ਕਿਉਂਕਿ ਮਨੁੱਖਾ ਜਨਮ ਦਾ ਲਾਹਾ ਹੀ ਉਹ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਹੈ। ਗੁਰੂ ਜੀ ਕਹਿੰਦੇ ਇਹ ਵੀ ਪਤਾ ਨਹੀਂ ਤੇਰੇ ਕਿਸ ਦਿਨ ਤੇਰਾ ਇੱਕ ਘੜੇ ਵਾਂਗੂ ਤੂੰ ਖਾਲੀ ਹੋ ਜੇ, ਤੇਰੇ ਸਵਾਸ ਖਤਮ ਹੋ ਜਾਣ, ਪਰ ਫਿਰ ਤੈਨੂੰ ਪਛਤਾਉਣਾ ਨਾ ਪਵੇ। ਇਸ ਕਰਕੇ ਤੂੰ ਆਪਣੇ ਸਵਾਸਾਂ ਦੇ ਰਹਿੰਦਿਆਂ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ, ਉਹਦੀ ਯਾਦ ਆਪਣੇ ਹਿਰਦੇ ਵਿੱਚ ਵਸਾ। ਘਰ ਦੇ ਕੰਮ ਕਾਰ ਕਰਦਿਆਂ ਤੂੰ ਉਹਨੂੰ ਯਾਦ ਕਰ। ਗੁਰੂ ਜੀ ਕਹਿੰਦੇ ਸਾਨੂੰ ਯਾਦ ਕਰਾਉਂਦੇ ਆ ਸੱਚੇ ਪਿਤਾ ਜੀ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਆਦ ਹੈ, ਫੂਟੇ ਘਟ ਜੋ ਪਾਣੀ। ਐ ਮਨੁੱਖ, ਐ ਪ੍ਰਾਣੀ, ਜੇ ਤੂੰ ਯਾਦ ਕਰਨਾ ਤਾਂ ਹਰ ਰੋਜ਼ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ, ਹਰ ਸਵਾਸ ਨਾਲ ਉਹਨੂੰ ਯਾਦ ਕਰ। ਘਰ ਵਿੱਚ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਵੇਖ ਕੇ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰ। ਇਸ ਦੇਹੀ ਨੂੰ ਵੇਖ ਕੇ ਉਹਦਾ ਸ਼ੁਕਰ ਕਰ। ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਸੱਚੇ ਪਿਤਾ, ਤੂੰ ਮੈਨੂੰ ਮਨੁੱਖਾ ਜਨਮ ਦਿੱਤਾ। ਵਾਹਿਗੁਰੂ ਤੂੰ ਮੈਨੂੰ ਭੈਣ ਭਰਾ ਦਿੱਤੇ ਆ। ਵਾਹਿਗੁਰੂ ਤੂੰ ਮੈਨੂੰ ਰਹਿਣ ਨੂੰ ਛੱਤ ਦਿੱਤੀ ਹੈ। ਸੱਚੇ ਪਿਤਾ ਜੀਓ ਤੂੰ ਮੈਨੂੰ ਧੀਆਂ ਪੁੱਤ ਦਿੱਤੇ ਆ। ਵਾਹਿਗੁਰੂ ਹਰ ਇੱਕ ਚੀਜ਼ ਵਿੱਚ ਉਸ ਨੂੰ ਯਾਦ ਕਰ, ਕਿਉਂਕਿ ਦੇਣ ਵਾਲਾ ਉਹ ਇੱਕ ਅਕਾਲ ਪੁਰਖ ਨਿਰੰਕਾਰ ਹੈ। ਉਸ ਇੱਕ ਦੇ ਨਾਲ ਜੁੜ। ਗੁਰੂ ਜੀ ਕਹਿੰਦੇ ਹਰ ਟਾਈਮ ਉਹਦਾ ਸ਼ੁਕਰਾਨਾ ਕਰ ਭਾਈ। ਗੁਰੂ ਜੀ ਸਾਨੂੰ ਇਹ ਹੀ ਯਾਦ ਕਰਾਉਂਦੇ ਆ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਆਤ ਹੈ, ਫੂਟੇ ਘਟ ਜੋ ਪਾਣੀ। ਕੀ ਪਤਾ ਤੈਨੂੰ ਤੇਰਾ ਕਿਹੜਾ ਸਵਾਸ ਆਖਰੀ ਹੋਵੇ। ਤੂੰ ਆਪਣੇ ਹਰ ਇੱਕ ਸਵਾਸ ਸਾਂਭ ਤੇ ਉਸ ਵਾਹਿਗੁਰੂ ਨੂੰ ਯਾਦ ਕਰ। ਹਰ ਇੱਕ ਸਵਾਸ ਤੂੰ ਉਸ ਸ਼ਹਿਨਸ਼ਾਹ, ਉੱਚੇ ਤੋਂ ਉੱਚੇ ਬਾਦਸ਼ਾਹ ਨੂੰ ਯਾਦ ਕਰ, ਜਿਸ ਦੇ ਵਰਗਾ ਦੂਜਾ ਹੋਰ ਕੋਈ ਨਹੀਂ। ਗੁਰੂ ਜੀ ਕਹਿੰਦੇ ਭਾਈ ਤੂੰ ਉਹਦਾ ਧਿਆਨ ਧਰ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸਜਾਨ, ਜਹ ਤੇ ਉਪਜੋ ਨਾਨਕਾ, ਲੀਨ ਤਾਹੇ ਮਹਿਮਾਨ। ਗੁਰੂ ਜੀ ਕਹਿੰਦੇ ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੰਜਾਨ। ਇਹ ਪੰਜਾਂ ਤੱਤਾਂ ਦਾ ਸਰੀਰ ਤੇਰਾ ਉਹ ਪ੍ਰਭੂ ਪਰਮਾਤਮਾ ਨੇ ਰਚਿਆ। ਕਿ ਸਾਨੂੰ ਗੁਰੂ ਜੀ ਇਹ ਸਮਝਾਉਂਦੇ ਹੈ ਕਿ ਇਹ ਸਰੀਰ ਮਨੁੱਖ ਤੇਰਾ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਹਵਾ, ਪਾਣੀ, ਮਿੱਟੀ, ਅੱਗ, ਆਕਾਸ਼। ਇਹਨਾਂ ਪੰਜਾਂ ਤੱਤਾਂ ਤੋਂ ਤੇਰਾ ਇਹ ਸਰੀਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਣਾਇਆ। ਇਹ ਪੰਜਾਂ ਤੱਤਾਂ ਦੀ ਘਾੜਤ ਨਾਲ ਘੜਿਆ ਹੋਇਆ ਤੇਰਾ ਸਰੀਰ, ਵਿੱਚ ਸਵਾਸ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਟਿਕਾਏ ਹੋਏ ਹੈ। ਗੁਰੂ ਜੀ ਕਹਿੰਦੇ ਇਹ ਚਲਾਕ ਮਨੁੱਖ, ਤੂੰ ਸਮਝ ਤੇਰਾ ਸਰੀਰ ਇਹ ਜਿਹੜਾ ਪੰਜ ਤੱਤਾਂ ਦਾ ਬਣਿਆ, ਜਹ ਤੇ ਉਪਜੋ ਨਾਨਕਾ, ਲੀਨ ਤਾਹੇ ਮਹਿਮਾਨ। ਗੁਰੂ ਜੀ ਕਹਿੰਦੇ ਇਹ ਜਿੱਥੋਂ ਪੈਦਾ ਹੋਏ ਪੰਜ ਤੱਤ, ਇਹ ਉੱਥੇ ਹੀ ਜਾ ਕੇ ਮਿਲ ਜਾਣਗੇ। ਇਹ ਪੰਜ ਤੱਤ ਉਹਨਾਂ ਪੰਜਾਂ ਤੱਤਾਂ ਵਿੱਚ ਇੱਕ ਦਿਨ ਸਮਾ ਜਾਣਗੇ। ਇਹ ਪੰਜਾਂ ਤੱਤਾਂ ਨੇ ਤਾਂ ਆਪੋ ਆਪਣੇ ਟਿਕਾਣੇ ਜਾ ਕੇ ਲੱਗ ਜਾਣਾ। ਜਦੋਂ ਤੇਰੇ ਸਰੀਰ ਚੋਂ ਸਵਾਸ ਖਤਮ ਹੋ ਗਏ ਨਾ, ਤੂੰ ਸ਼ਮਸ਼ਾਨ ਘਾਟ 'ਚ ਜਾਣਾ ਤੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਤੇਰੇ ਪੰਜੇ ਜਿਹੜੇ ਤੱਤ ਹੈ, ਜਿਨ੍ਹਾਂ ਤੱਤਾਂ ਤੋਂ ਤੇਰਾ ਸਰੀਰ ਬਣਿਆ, ਇਹ ਆਪੋ ਆਪਣੇ ਤੱਤਾਂ ਵਿੱਚ ਸਮਾ ਜਾਣਗੇ। ਸੱਚ ਗੱਲ ਇਹੀ ਹੈ, ਇਹਨਾਂ ਨੇ
ਆਪੋ ਆਪਣਾ ਵਜੂਦ ਨਹੀਂ ਛੱਡਿਆ, ਆਪੋ ਆਪਣਾ ਵਜੂਦ ਨਹੀਂ ਭੁੱਲੇ। ਇਹ ਜਿੱਥੋਂ ਜਿੱਥੋਂ ਆਏ ਹੈ, ਇਹ ਪੰਜੇ ਉਹਨਾਂ ਤੱਤਾਂ ਵਿੱਚ ਹੀ ਜਾ ਕੇ ਸਮਾ ਜਾਣਗੇ। ਤੇ ਗੁਰੂ ਜੀ ਕਹਿੰਦੇ ਤੈਨੂੰ ਮਨੁੱਖਾ ਜਨਮ ਮਿਲਣ ਦਾ ਫਾਇਦਾ ਤਾਂ ਹੀ ਹੈ ਕਿ ਜਿਹੜੀ ਤੇਰੀ ਆਤਮਾ ਉਸ ਪਰਮਾਤਮਾ ਤੋਂ ਵਿਛੜੀ ਹੋਈ ਹੈ, ਕਿਤੇ ਇਹ ਵੀ ਉਹਦੇ ਨਾਲ ਮਿਲ ਜੇ, ਕਿਤੇ ਇਹਨੂੰ ਵੀ ਉਸ ਆਪਣੇ ਵਜੂਦ ਦੀ ਯਾਦ ਆ ਜੇ, ਕਿਤੇ ਇਹ ਵੀ ਤੜਫ ਉੱਠੇ ਵੀ ਮੈਂ ਕਿੰਨੀ ਦੇਰ ਹੋ ਗਈ ਉਸ ਅਕਾਲ ਪੁਰਖ ਨਿਰੰਕਾਰ ਤੋਂ ਵਿਛੜੀ ਹੋਈ ਨੂੰ, ਮੈਂ ਉਸ ਜੋਤ ਤੋਂ ਵਿਛੜੀ ਹੋਈ ਨੂੰ, ਕਿਤੇ ਇਹਦਾ ਵੀ ਭਲਾ ਹੋ ਜੇ। ਇਹ ਵੀ ਉਸ ਜਿੱਥੋਂ ਆਈ ਹੈ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿਤੇ ਇਹ ਵੀ ਆਪਦਾ ਮੂਲ ਪਛਾਣ ਲਵੇ। ਗੁਰੂ ਜੀ ਕਹਿੰਦੇ ਐ ਮਨੁੱਖ, ਤੂੰ ਇਹਨਾਂ ਪੰਜਾਂ ਤੱਤਾਂ ਦੀ ਰੀਸ ਕਰ। ਇਹ ਪੰਜ ਤੱਤ ਤਾਂ ਤੇਰੇ ਇੱਕ ਦਿਨ ਸਮਾ ਜਾਣਗੇ ਜਦੋਂ ਤੇਰਾ ਸਰੀਰ 'ਚ ਸਵਾਸ ਨਾ ਰਹੇ, ਜਦੋਂ ਇਹ ਜੋ ਘਟ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਨੇ ਸਵਾਸ ਟਿਕਾਏ ਹੋਏ ਆ, ਜਦੋਂ ਇਹ ਸਵਾਸ ਖਤਮ ਹੋ ਗਏ ਤਾਂ ਇਹ ਪੰਜ ਤੱਤਾਂ ਦਾ ਸਰੀਰ ਆਪੋ ਆਪਣੇ ਵਜੂਦ ਵਿੱਚ ਜਾ ਮਿਲੂਗਾ। ਇਹ ਆਪੋ ਆਪਣੇ ਮੂਲ ਨੂੰ ਪਛਾਣ ਲੂਗਾ। ਪਰ ਜਿਹੜਾ ਸਾਡਾ ਮਨ ਹੈ, ਇਹ ਮਨ ਕਿੱਥੋਂ ਆਇਆ, ਅਸੀਂ ਮਨ ਦੀ ਪਛਾਣ ਕਰਨੀ ਹੈ। ਗੁਰੂ ਜੀ ਸਾਨੂੰ ਇਹ ਸਮਝਾ ਰਹੇ ਆ, ਭਾਈ ਤੂੰ ਆਪਣੇ ਮਨ ਨੂੰ ਵੀ ਪਛਾਣ, ਇਹ ਕਿੱਥੇ ਆਇਆ ਤੇ ਕਿੱਥੇ ਜਾਊਗਾ। ਇਹ ਜਦੋਂ ਤੇਰਾ ਸਰੀਰ ਖਤਮ ਹੋ ਗਿਆ, ਜਦੋਂ ਤੇਰੇ ਸਵਾਸ ਖਤਮ ਹੋ ਗਏ, ਤਾਂ ਇਹ ਮਨ ਕਿੱਥੇ ਜਾਂਦਾ ਛੱਡ ਕੇ ਸਰੀਰ ਨੂੰ। ਜੋ ਸਾਡੇ ਸਰੀਰ ਨੂੰ ਚਲਾ ਰਿਹਾ ਅੱਜ, ਜੋ ਵਿੱਚ ਬੋਲ ਰਿਹਾ, ਇਹ ਕੀ ਚੀਜ਼ ਹੈ। ਗੁਰੂ ਜੀ ਕਹਿੰਦੇ ਤੂੰ ਇਹਦੀ ਵੀ ਪਛਾਣ ਕਰ। ਸਾਨੂੰ ਗੁਰੂ ਜੀ ਤਾਂ ਹੀ ਵਾਰ-ਵਾਰ ਸਮਝਾ ਰਹੇ ਹੈ। ਗੁਰੂ ਜੀ ਕਹਿੰਦੇ ਐ ਮਨ, ਤੂੰ ਵੀ ਆਪਣੇ ਮੂਲ ਤੱਕ ਪਹੁੰਚ, ਤੈਨੂੰ ਵੀ ਯਾਦ ਆਵੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਆਪਣਾ ਮੂਲ ਪਛਾਣੇਗਾ ਕਿਵੇਂ? ਜਦੋਂ ਤੂੰ ਉਹ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਿੱਚ ਜੁੜੇਗਾ, ਜਦੋਂ ਤੂੰ ਉਹਦੇ ਵੈਰਾਗ ਵਿੱਚ ਤੜਫੇਗਾ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਇਹ ਮਨ ਕਹਾਂ ਸਮਾਈ। ਐ ਭਾਈ ਤੁਸੀਂ ਸਾਰੇ ਸੋਚੋ ਤਾਂ ਸਹੀ, ਰਲ ਕੇ ਵਿਚਾਰ ਤਾਂ ਕਰੋ ਕਿ ਜਦੋਂ ਇਹ ਤਨ ਛੁੱਟ ਜਾਂਦਾ ਹੈ ਤੇ ਇਹ ਮਨ ਜੋ ਸਾਡੇ ਸਰੀਰ ਦੇ ਵਿੱਚ ਹੈ, ਇਹ ਕਿੱਥੇ ਚਲਾ ਜਾਂਦਾ ਹੈ? ਇਹ ਕਿੱਥੋਂ ਆਇਆ ਤੇ ਕਿੱਥੇ ਜਾਂਦਾ ਫਿਰ? ਵਾਹਿਗੁਰੂ, ਜਿਸ ਸਰੀਰ ਨੂੰ ਅਸੀਂ ਆਪਣਾ ਸਮਝ ਕੇ ਇਹ ਮਨ ਦੇ ਪਿੱਛੇ ਲੱਗ ਕੇ ਸਰੀਰ ਉਵੇਂ ਕਰਦਾ ਵਿਚਾਰਾ। ਇਹ ਸਾਡਾ ਸਰੀਰ ਹੈ ਨਾ ਜਿਹੜਾ, ਪਹਿਲਾਂ ਮਨ ਵਿਚਾਰਾਂ ਬਣਾਉਂਦਾ ਸਾਡੇ ਅੰਦਰ। ਜਿਵੇਂ ਦੀਆਂ ਮਨ ਵਿਚਾਰਾਂ ਬਣਾਉਂਦਾ, ਸਰੀਰ ਉਵੇਂ ਦਾ ਹੀ ਕੰਮ ਕਰਦਾ। ਤੇ ਤਾਂ ਹੀ ਗੁਰੂ ਜੀ ਸਾਨੂੰ ਕਹਿੰਦੇ ਆ, ਇਹ ਮਨ ਦੇ ਰਹਿੰਦਿਆਂ, ਇਹ ਸਰੀਰ ਦੇ ਰਹਿੰਦਿਆਂ, ਇਹ ਸਰੀਰ ਵਿੱਚ ਮਨ ਦੇ ਰਹਿੰਦਿਆਂ ਤੁਸੀਂ ਉਹ ਵਾਹਿਗੁਰੂ ਦੀਆਂ ਵਿਚਾਰਾਂ ਬਣਾਓ, ਤਾਂ ਕਿ ਇਹ ਸਰੀਰ ਦੇ ਰਹਿੰਦਿਆਂ ਇਹ ਮਨ ਵੀ ਜਿੱਥੋਂ ਆਇਆ ਹੈ ਉਧਰ ਨੂੰ ਜਾਣਾ ਸ਼ੁਰੂ ਕਰੇ। ਇਹ ਵੀ ਆਪਣੇ ਮੂਲ ਨੂੰ ਪਛਾਣੇ, ਇਹਨੂੰ ਵੀ ਇਹਨਾਂ ਪੰਜਾਂ ਤੱਤਾਂ ਦੀ ਰੀਸ ਆਵੇ ਕਿ ਇਹ ਪੰਜ ਤੱਤ ਆਪੋ ਆਪਣੇ ਟਿਕਾਣੇ ਜਾ ਲੱਗਣਗੇ। ਜਿੱਥੋਂ ਆਏ ਆ ਇਹ ਉੱਥੇ ਮਿਲਣਗੇ। ਤੇ ਮੇਰਾ ਮਨ ਵੀ ਉਹ ਪ੍ਰਭੂ ਪਰਮਾਤਮਾ ਜੋ ਜੋਤ ਹੈ, ਜੋ ਇਹ ਆਤਮਾ ਉਸ ਪਰਮਾਤਮਾ ਤੋਂ ਵਿਛੜੀ ਹੋਈ ਹੈ, ਇਹ ਵੀ ਉੱਥੇ ਜਾ ਰਲੇ। ਪਰ ਰਲੂਗੀ ਇਹ ਤਾਂ ਜੇ ਅਸੀਂ ਉਸ ਦੀਆਂ ਸਿਫਤਾਂ ਕਰਾਂਗੇ, ਅਸੀਂ ਗੁਰਬਾਣੀ ਪੜਾਂਗੇ, ਅਸੀਂ ਉਸ ਦੀ ਸਿਫਤ ਸਲਾਹ ਕਰਾਂਗੇ, ਸੱਚੇ ਦਿਲੋਂ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਾਂਗੇ, ਤਾਂ ਫੇਰ ਹੀ ਇਹ ਮਨ ਵੀ ਆਪਣੇ ਟਿਕਾਣੇ ਤੇ ਜਾ ਲੱਗੂਗਾ। ਗੁਰੂ ਜੀ ਕਹਿੰਦੇ ਮਨੁੱਖੇ ਜਨਮ ਦਾ ਤੈਨੂੰ ਲਾਹਾ ਹੀ ਇਹ ਹੈ ਭਾਈ, ਤੂੰ ਇਸ ਸਰੀਰ ਦੇ ਰਹਿੰਦਿਆਂ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜੇ ਅਸੀਂ ਕਹੀਏ ਨਾ ਅਸੀਂ ਮਰ ਜਾਵਾਂਗੇ, ਮਰਨ ਤੋਂ ਬਾਅਦ ਸਾਡੇ ਧੀਆਂ ਪੁੱਤ ਪਾਠ ਕਰਾ ਕੇ, ਸਾਡੀ ਅਰਦਾਸ ਕਰਾ ਕੇ
ਸਾਡਾ ਉਹ ਪ੍ਰਭੂ ਪਰਮਾਤਮਾ ਦੇ ਘਰੇ ਸਾਡਾ ਮੇਲ ਕਰਾ ਦੇਣਗੇ। ਜਿਵੇਂ ਹੁਣ ਅਰਦਾਸਾਂ ਕਰਦੇ ਆ, ਹੇ ਸੱਚੇ ਪਿਤਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਹੁਣ ਅਸੀਂ ਜਾਂਦੇ ਹਾਂ ਨਾ ਮਰਗ ਦੇ ਭੋਗਾਂ ਤੇ, ਤਾਂ ਇਹੀ ਅਰਦਾਸ ਸੁਣਨ ਨੂੰ ਮਿਲਦੀ ਹੈ, ਹੇ ਅਕਾਲ ਪੁਰਖ ਆ ਨਾਂ ਦਾ ਬੰਦਾ ਸਰੀਰ ਇੱਥੋਂ ਸੰਸਾਰ ਨੂੰ ਛੱਡ ਕੇ ਆਪ ਦੇ ਚਰਨਾਂ ਵਿੱਚ ਆ ਗਿਆ। ਹੇ ਵਾਹਿਗੁਰੂ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਪਰ ਗੁਰੂ ਜੀ ਕੀ ਕਹਿ ਰਹੇ ਹੈ? ਗੁਰੂ ਜੀ ਕਹਿੰਦੇ ਆਪਨ ਹੱਥੀਂ ਆਪਣਾ ਆਪੇ ਕਾਜ ਸਵਾਰੀਐ। ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਗੁਰੂ ਜੀ ਕਹਿੰਦੇ ਭਾਈ ਤੂੰ ਇਸ ਸਵਾਸ ਦੇ ਚੱਲਦਿਆਂ ਚੱਲਦਿਆਂ ਜੋ ਕੁਛ ਕਰੇਗਾ ਤੈਨੂੰ ਉਹ ਹੀ ਮਿਲਣਾ ਭਾਈ। ਪਿੱਛੋਂ ਅਰਦਾਸਾਂ ਕਰਨ ਕਰਾਉਣ ਦਾ ਕੋਈ ਫਾਇਦਾ ਨਹੀਂ। ਤੂੰ ਇਸ ਸਰੀਰ ਤੋਂ ਕੰਮ ਲੈ, ਜੋ ਤੂੰ ਇਸ ਸਰੀਰ ਦੇ ਰਹਿੰਦਿਆਂ ਇਸ ਸਰੀਰ ਧਰਤੀ ਦੇ ਵਿੱਚ ਜੋ ਤੂੰ ਬੀਜ ਬੀਜੇਗਾ, ਤੂੰ ਚੰਗਾ ਬੀਜ ਬੀਜ ਰਿਹਾ, ਕੀ ਤੇਰੀਆਂ ਚੰਗੀਆਂ ਸੋਚਾਂ ਚੱਲ ਰਹੀਆਂ? ਜਿਹੋ ਜਿਹਾ ਤੂੰ ਬੀਜ ਬੀਜੇਗਾ ਤੂੰ ਉਹੋ ਜਿਹਾ ਹੀ ਵੱਢੇਗਾ। ਜਿਹੜੀ ਇਹ ਅਸੀਂ ਖੇਤੀ ਕਰਦੇ ਆ ਨਾ, ਬਾਹਰ ਦੀ ਖੇਤੀ ਕਰਦੇ ਆ, ਇਹ ਤਾਂ ਹੋ ਸਕਦਾ ਵੀ ਬੀਜ ਇੱਕ ਜਾਣਾ ਬੀਜੇ ਖੇਤ ਦੇ ਵਿੱਚ, ਤੇ ਖਾਣ ਵਾਲੇ ਕਿੰਨੇ ਮੈਂਬਰ ਹੁੰਦੇ ਆ, ਖਾਣ ਨੂੰ ਸਾਰਿਆਂ ਨੂੰ ਮਿਲ ਜਾਂਦਾ। ਪਰ ਜਿਹੜਾ ਸਾਡਾ ਸਰੀਰਕ ਰੂਪੀ ਖੇਤ ਹੈ ਨਾ, ਜੋ ਸਾਡੀ ਕਰਮਾਂ ਦੀ ਧਰਤੀ ਦੇ ਵਿੱਚ ਅਸੀਂ ਬੀਜ ਬੀਜਣਾ, ਗੁਰੂ ਜੀ ਕਹਿੰਦੇ ਉਹ ਤੂੰ ਆਪਣੇ ਹੱਥ ਨਾਲ ਹੀ ਬੀਜਣਾ ਤੇ ਤੈਨੂੰ ਹੀ ਵੱਢਣਾ ਪੈਣਾ। ਹਜੇ ਬਾਹਰ ਦੀ ਖੇਤੀ ਦਾ ਬੀਜ ਤਾਂ ਹੋ ਸਕਦਾ ਬੀਜ ਮਾੜਾ ਨਿਕਲ ਜੇ, ਨਾ ਉਗਰੇ, ਜਾਂ ਕੋਈ ਵੀ ਤਰ੍ਹਾਂ ਦੀ ਫਸਲ ਨੂੰ ਬਿਮਾਰੀ ਪੈ ਸਕਦੀ ਹੈ। ਪਰ ਗੁਰੂ ਜੀ ਕਹਿੰਦੇ ਜਿਹੜਾ ਤੇਰੇ ਕਰਮਾਂ ਦੀ ਖੇਤੀ ਹੈ ਨਾ ਭਾਈ, ਇਹ ਤਾਂ ਤੂੰ ਸੁਪਨੇ ਵਿੱਚ ਵੀ ਜੋ ਬੀਜ ਬੀਜੇਗਾ ਉਹ ਵੀ ਪ੍ਰਫੁੱਲਤ ਹੋਊਗਾ। ਪਰ ਹੱਥ ਤੇਰੇ ਹੈ, ਤੂੰ ਚੰਗਾ ਬੀਜ ਬੀਜਣਾ ਕਿ ਮਾੜਾ ਬੀਜ ਬੀਜਣਾ। ਜੋ ਕੁਛ ਵੀ ਕਰਨਾ ਤੂੰ ਆਪਣੇ ਇਹਨਾਂ ਸਵਾਸਾਂ ਦੇ ਰਹਿੰਦਿਆਂ, ਤੂੰ ਇਸ ਸਰੀਰ ਦੇ ਰਹਿੰਦਿਆਂ ਹੀ ਕਰੇਗਾ ਤਾਂ ਉਹ ਹੀ ਤੈਨੂੰ ਫਲ ਮਿਲੂਗਾ। ਤੂੰ ਜਿੰਨੀਆਂ ਸਵਾਸਾਂ ਦੇ ਚੱਲਦਿਆਂ ਚੱਲਦਿਆਂ ਉਸ ਪ੍ਰਭੂ ਪਰਮਾਤਮਾ ਦੀਆਂ ਉਸਤਤਾਂ ਕਰੇਗਾ, ਓਨੇ ਹੀ ਕਦਮ ਤੇਰੇ ਉਸ ਵਾਹਿਗੁਰੂ ਦੇ ਘਰ ਨਹੀਂ ਪੁੱਟੇ ਜਾਣਗੇ, ਓਨਾ ਹੀ ਤੂੰ ਉਹ ਵਾਹਿਗੁਰੂ ਦੇ ਨੇੜੇ ਹੁੰਦਾ ਜਾਏਗਾ। ਇਸ ਵਾਸਤੇ ਸਾਨੂੰ ਗੁਰੂ ਜੀ ਵਾਰ-ਵਾਰ ਬਾਣੀ ਵਿੱਚ ਸਮਝਾ ਰਹੇ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮਨ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਜੋ ਵਾਹਿਗੁਰੂ ਇੱਕ ਹੈ, ਹਰ ਇੱਕ ਦੇ ਅੰਦਰ ਹੈ, ਜਿਸ ਦੇ ਘਰ ਸਦਾ ਸੱਚਾ ਹੈ ਨਿਆਉ। ਭਾਈ ਤੂੰ ਸੱਚੇ ਦਿਲ ਨਾਲ ਉਸ ਨੂੰ ਪੁਕਾਰ। ਉਹ ਮਨੁੱਖ ਦੀ ਭਾਵਨਾ ਵੇਖਦਾ, ਉਹ ਕੋਈ ਪੈਸਾ ਨਹੀਂ ਦੇਖਦਾ, ਕੋਈ ਸੋਹਣਾ ਸਰੀਰ ਨਹੀਂ ਦੇਖਦਾ, ਉਹ ਸਾਡੇ ਅੰਦਰ ਦੇ ਮਨ ਨੂੰ ਵੇਖਦਾ। ਭਾਈ ਗੁਰੂ ਜੀ ਕਹਿੰਦੇ ਤੂੰ ਆਪਣਾ ਅੰਦਰ ਦਾ ਮਨ ਸਵਾਰ, ਤੂੰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਯਾਦਾਂ ਬਣਾਈ ਰੱਖ, ਤੂੰ ਉਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ, ਤੂੰ ਉਸ ਦਾ ਹਰ ਟਾਈਮ ਸ਼ੁਕਰਾਨਾ ਕਰ। ਐ ਵਾਹਿਗੁਰੂ ਤੂੰ ਮੈਨੂੰ ਮਨੁੱਖਾ ਜਨਮ ਦਿੱਤਾ, ਹੇ ਸੱਚੇ ਪਿਤਾ ਜਿਵੇਂ ਮੈਨੂੰ ਮਿਹਰ ਕਰਕੇ ਤੂੰ ਦਇਆ ਕਰਕੇ ਮਨੁੱਖਾ ਜਨਮ ਦਿੱਤਾ ਨਾ, ਹੇ ਵਾਹਿਗੁਰੂ ਇਵੇਂ ਹੀ ਦਇਆ ਕਰਕੇ ਮਿਹਰ ਕਰਕੇ ਮੈਨੂੰ ਵਿਵੇਕ ਬੁੱਧੀ ਬਖਸ਼। ਹੇ ਸੱਚੇ ਪਿਤਾ ਮੇਰੇ ਮਨ ਦੇ ਅੰਦਰ ਤੇਰੀਆਂ ਯਾਦਾਂ ਬਣੀਆਂ ਰਹਿਣ। ਵਾਹਿਗੁਰੂ ਇਹ ਮਨ ਜੋ ਇੱਕ ਪਲ ਵੀ ਟਿਕ ਕੇ ਨਹੀਂ ਬੈਠਦਾ, ਹੇ ਸੱਚੇ ਪਿਤਾ ਇਹ ਮਨ ਜੋ ਹਰ ਟਾਈਮ ਸੰਸਾਰੀ ਵਿਉਂਤਾਂ ਬਣਾਉਂਦਾ ਰਹਿੰਦਾ, ਵਾਹਿਗੁਰੂ ਹੋਰ ਕੰਮਾਂ ਧੰਦਿਆਂ ਵਿੱਚ ਉਲਝਿਆ ਰਹਿੰਦਾ, ਸੱਚੇ ਪਿਤਾ ਇਹ ਤੇਰੀਆਂ ਯਾਦਾਂ ਵਿੱਚ ਲੱਗਿਆ ਰਵੇ। ਹੇ ਵਾਹਿਗੁਰੂ ਮੇਰੀ ਤਾਂ ਇਹ ਅਰਦਾਸ ਬੇਨਤੀ ਹੈ ਸੱਚੇ ਪਿਤਾ ਜੀਓ, ਜੇ ਤੁਸੀਂ ਮੈਨੂੰ ਗਰੀਬ ਤੇ ਦਇਆ ਕਰਕੇ ਮਨੁੱਖਾ ਜਨਮ ਦਿੱਤਾ, ਵਾਹਿਗੁਰੂ ਹੁਣ ਇੰਨੀ ਕੁ ਦਇਆ ਕਰੋ, ਵਾਹਿਗੁਰੂ ਮਿਹਰ ਕਰੋ ਕਿ ਇਸ ਸਰੀਰ ਦੇ ਅੰਦਰ, ਇਸ ਹਿਰਦੇ ਦੇ ਅੰਦਰ ਤੇਰੀ ਯਾਦ ਬਣੀ ਰਹੇ। ਵਾਹਿਗੁਰੂ ਮੈਂ ਤੇਰੇ ਨਾਲ ਜੁੜਿਆ ਰਹਾ ਸੱਚੇ ਪਿਤਾ। ਇਹੀ ਅਰਦਾਸ ਬੇਨਤੀ ਹੈ ਸੱਚੇ ਪਿਤਾ ਜੀਓ, ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਵਾਹਿਗੁਰੂ ਜੇ ਤੇਰੀ ਮਿਹਰ ਹੋਵੇ, ਵਾਹਿਗੁਰੂ ਜੇ ਤੇਰੀ ਕਿਰਪਾ ਹੋਵੇ। ਦੋ ਹੱਥ ਜੋੜ ਕਰੂੰ ਅਰਦਾਸ
ਤੁਧ ਭਾਵੈ ਤਾਂ ਆਵੈ ਰਾਸ, ਹੈ ਸੱਚੇ ਪਿਤਾ ਅਰਦਾਸ ਪ੍ਰਵਾਨ ਕਰੋ ਵਾਹਿਗੁਰੂ। ਭੁੱਲਣਹਾਰ ਹਾਂ, ਕਲਯੁਗੀ ਜੀਵ ਹਾਂ, ਆਪ ਬਖਸ਼ੰਦ ਪਿਤਾ ਹੋ, ਬਖਸ਼ਣ ਦੇ ਯੋਗ ਹੋ ਵਾਹਿਗੁਰੂ। ਬਖਸ਼ ਲੈਣਾ ਸੱਚੇ ਪਿਤਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਿਆ ਕਰੋ ਕੁਛ ਮਿਹਰ ਅਪਾਵੋ, ਡੁੱਬਦੇ ਪੱਥਰ ਤਾਰੇ। ਹੇ ਵਾਹਿਗੁਰੂ ਬਖਸ਼ ਲੈਣਾ ਜੀ, ਬਖਸ਼ ਲੈਣਾ ਸੱਚੇ ਪਿਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ਼ਲੋਕ ਪੜ੍ਹਦਿਆਂ ਵਿਚਾਰਾਂ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਜੀ। ਗੁਰੂ ਤੇ ਸੰਗਤ ਬਖਸ਼ਣ ਦੇ ਯੋਗ ਹੈ, ਬਖਸ਼ ਲੈਣਾ। ਹੇ ਵਾਹਿਗੁਰੂ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਤਾਕਤ ਬਖਸ਼ਣੀ ਵਾਹਿਗੁਰੂ। ਆਪਣੇ ਚਰਨਾਂ ਨਾਲ ਲਾਈ ਰੱਖਣਾ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣੀ ਸੱਚੇ ਪਿਤਾ ਜੀਓ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई अवर न तेरी बातें।